हाँ जी बच्चे, पैरेलल प्लेट कैपेसिटर। कैपेसिटर ਦੇ ਵਿੱਚ ਆਪਣੇ ਕੋਲੇ ਕੀ ਹੁੰਦਾ ਹੈ? कैपेसिटर एक ਐਵੇਂ ਦੀ ਅਰੇਂਜਮੈਂਟ ਹੈ ਜਿਸ ਦੇ ਵਿੱਚ ਆਪਾਂ ਦੋ ਜਿਹੜੇ ਕੰਡਕਟਰਸ ਹੈ ਉਹਨਾਂ ਨੂੰ ਲੈਣਾ, ਠੀਕ ਹੈ। ਕੰਡਕਟਰਸ ਦੀ ਅਰੇਂਜਮੈਂਟ ਹੈ। ਹੁਣ ਸਪੋਜ਼ ਆਪਣੇ ਕੋਲੇ ਫਸਟ ਕੰਡਕਟਿੰਗ ਪਲੇਟ ਹੈਗੀ ਹੈ। ਫਸਟ ਕੰਡਕਟਿੰਗ ਪਲੇਟ ਉਸਦਾ ਏਰੀਆ ਹੈਗਾ A, ਸੈਕਿੰਡ ਜਿਹੜੀ ਪਲੇਟ ਹੈਗਾ ਉਸਦਾ ਏਰੀਆ ਵੀ ਆਪਣੇ ਕੋਲੇ ਕੀ ਹੈ? A ਹੈ, ਤੇ ਉਹਨਾਂ ਦੇ ਵਿਚਕਾਰ ਦਾ ਡਿਸਟੈਂਸ ਆਪਣੇ ਕੋਲੇ D ਹੈ। ਇਹ ਜਿਹੜਾ ਡਿਸਟੈਂਸ ਹੈਗਾ ਉਹਨਾਂ ਦੇ ਵਿਚਕਾਰ ਵਾਲਾ, ਇਹ ਤੁਹਾਡਾ ਇੰਸੂਲੇਟਿੰਗ ਮੀਡੀਅਮ ਹੈ। ਜਾਂ ਤਾਂ ਇੱਥੇ ਏਅਰ ਹੋ ਸਕਦੀ ਹੈ, ਜਾਂ ਪੇਪਰ ਰੱਖ ਸਕਦੇ ਹਾਂ, ਜਾਂ ਮਿੱਕਾ ਔਰ ਗਲਾਸ ਐਟਸੈਕਟਰਾ। ਇੱਕ ਪਲੇਟ ਆਪਣੀ ਫਸਟ ਇੰਸੂਲੇਟਡ ਹੈ ਤੇ ਸੈਕਿੰਡ ਪਲੇਟ ਆਪਣੀ ਕੀ ਹੈ? ਅਰਥ ਹੈ। ਅਗਰ ਆਪਾਂ ਜਿਹੜੀ ਫਸਟ ਇੰਸੂਲੇਟਡ ਪਲੇਟ ਹੈ ਉਸਦੇ ਉਹਨੂੰ ਪੋਜ਼ੀਟਿਵ ਕਿਊ ਚਾਰਜ ਦੇਵਾਂਗੇ, ਦੈਨ ਸੈਕਿੰਡ ਜਿਹੜੀ ਇਹ ਵਾਲੀ ਸਰਫੇਸ ਹੈਗੀ ਹੈ ਸੈਕਿੰਡ ਪਲੇਟ ਦੀ, ਉਸ ਦੇ ਉੱਪਰ ਨੈਗੇਟਿਵ ਚਾਰਜ ਇੰਡਿਊਸ ਹੋ ਜਾਏਗਾ ਬਾਈ ਦਾ ਇੰਡਕਸ਼ਨ ਮੈਥਡ ਦੇ ਨਾਲ। ਤੇ ਇਹ ਵਾਲੀ ਜਿਹੜੀ ਸਾਈਡ ਹੈਗੀ ਆ, ਇਹ ਵਾਲੀ ਸਾਈਡ, ਉਸ ਦੇ ਉੱਪਰ ਸਾਰਾ ਪੋਜ਼ੀਟਿਵ ਚਾਰਜ ਇੰਡਿਊਸ ਹੋ ਜਾਏਗਾ। ਆਹ ਪੋਜ਼ੀਟਿਵ ਨੂੰ ਆਪਾਂ ਕੀ ਕੀਤਾ? ਅਰਥ ਕੀਤਾ। ਹੁਣ ਪਲੇਟ ਜਿਹੜੀ ਫਸਟ ਹੈ ਉਸਦੀ ਸਰਫੇਸ ਚਾਰਜ ਡੈਂਸਿਟੀ ਨੂੰ ਆਪਾਂ ਕਿਵੇਂ ਡਿਫਾਈਨ ਕਰਾਂਗੇ? ਸਿਗਮਾ ਕਿਸ ਦੇ ਕੋਲ ਹੈ? ਕਿਊ ਅਪਨ ਏ ਦੇ। ਕਿਊ ਆਪਣੇ ਕੋਲੇ ਚਾਰਜ ਹੈਗੇ ਤੇ ਇਹ ਹੈਗਾ ਏਰੀਆ। ਸੈਕਿੰਡ ਪਲੇਟ ਦੀ ਸਰਫੇਸ ਚਾਰਜ ਡੈਂਸਿਟੀ ਆਪਣੇ ਕੋਲੇ ਕੀ ਹੈ? ਮਾਈਨਸ ਕਿਊ ਅਪਨ ਏ। ਅਗਰ ਆਪਾਂ ਕੀ ਹੈ ਇਨਸਾਈਡ ਦਾ, ਹੁਣ ਇਹ ਇਨਸਾਈਡ ਦਾ ਇਹ ਵਾਲੀ ਸਾਈਡ ਦੇ ਉੱਪਰ ਇਲੈਕਟ੍ਰਿਕ ਫੀਲਡ ਦੀ ਵੈਲਿਊ ਕੀ ਹੈ? 0 ਹੈ। ਈ ਆਪਣੇ ਕੋਲੇ ਕਿਸ ਦੇ ਕੋਲ ਹੈ? ਸਿਗਮਾ ਅਪਨ ਅਪਸਾਈਲਨ। ਆਪਾਂ ਕੀਤਾ ਸੀ ਇੰਪੋਰਟੈਂਟ ਰਿਜ਼ਲਟ ਦੇ ਵਿੱਚ, ਇਨਸਾਈਡ ਆਪਣੇ ਕੋਲੇ 0 ਹੈ ਤੇ ਆਊਟਸਾਈਡ ਟੋਟਲ ਇਲੈਕਟ੍ਰਿਕ ਫਲਕਸ ਦੀ ਵੈਲਿਊ ਕਰਸਪੋਂਡਿੰਗ ਕਿਸ ਦੇ ਆ ਰਹੀ ਹੈ? ਜਿਹੜਾ ਆਪਣੇ ਕੋਲੇ ਬਾਹਰ ਵਾਲਾ ਇਲੈਕਟ੍ਰਿਕ ਫੀਲਡ ਹੈ, ਬਾਹਰ ਵਾਲੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਕੀ ਹੈ? E is equals to sigma upon epsilon naught। सिग्मा ਦੀ ਆਪਾਂ ਵੈਲਿਊ ਪੁੱਟ ਕਰਾਂਗੇ E is equals to 1 upon epsilon into Q upon A। ਅਗਰ ਆਪਾਂ ਟੋਟਲ ਪੋਟੈਂਸ਼ੀਅਲ ਫਾਈਂਡ ਆਊਟ ਕਰਾਂਗੇ ਦੈਨ ਆਪਾਂ ਕੀ ਹੈ E ਨੂੰ D ਦੇ ਨਾਲ ਮਲਟੀਪਲਾਈ ਕਰਾਂਗੇ, ਇਹ ਵਾਲੇ ਡਿਸਟੈਂਸ ਦੇ ਨਾਲ ਮਲਟੀਪਲਾਈ ਕਰਾਂਗੇ ਤਾਂ V ਦੀ ਵੈਲਿਊ ਕੀ ਆ ਜਾਏਗੀ? 1 upon epsilon naught Q upon A into D। ਹੁਣ C ਕੈਪੈਸਿਟੀ ਕਿਸ ਦੇ ਇਕੁਅਲ ਹੈ? ਪੈਰਲਲ ਪਲੇਟ ਦੀ Q upon V ਦੇ। ਇੱਥੇ ਆਪਾਂ V ਦੀ ਵੈਲਿਊ ਪੁੱਟ ਕਰਾਂਗੇ ਤਾਂ C ਕਿਸ ਦੇ ਇਕੁਅਲ ਆ ਜਾਏਗਾ? epsilon naught A upon D। ਇਹ ਆ ਗਈ ਆਪਣੇ ਕੋਲੇ ਪੈਰਲਲ ਪਲੇਟ ਕੈਪੈਸਿਟਰ ਦੀ ਕੈਪੈਸਿਟੀ। ਨੈਕਸਟ ਹੈਗੀ ਰੈਲੇਟਿਵ ਪਰਮਿਟਿਵਿਟੀ ਔਰ ਡਾਈਇਲੈਕਟ੍ਰਿਕ ਕੌਂਸਟੈਂਟ। ਡਾਈਇਲੈਕਟ੍ਰਿਕ ਕੌਂਸਟੈਂਟ ਨੂੰ ਆਪਾਂ ਡਿਫਾਈਨ ਕੀਤਾ ਸੀ, ਜਿਵੇਂ ਫਸਟ ਚੈਪਟਰ ਦੇ ਵਿੱਚ ਆਪਾਂ ਸਟੱਡੀ ਕੀਤਾ। ਇਜ਼ ਦਾ ਰੇਸ਼ੀਓ ਆਫ ਇਲੈਕਟ੍ਰੋਸਟੈਟਿਕ ਫੋਰਸ ਆਫ ਇੰਟਰੈਕਸ਼ਨ ਬਿਟਵੀਨ ਟੂ ਗਿਵਨ ਪੁਆਇੰਟ ਚਾਰਜਿਸ held certain distance apart in vacuum to the force of interaction between the same two charges held the same distance apart in material medium। ਅਗਰ ਫੈਡੇ ਨੇ ਕੀ ਅਬਜ਼ਰਵ ਕੀਤਾ, ਜਦੋਂ ਇੰਸੂਲੇਟਿੰਗ ਮਟੀਰੀਅਲ ਫੁੱਲੀ ਆਕੂਪਾਈਂਗ ਦਾ ਸਪੇਸ ਬਿਟਵੀਨ ਦਾ ਚਾਰਜ ਪਲੇਟਸ ਆਫ ਕੈਪੈਸਿਟਰ, ਕੈਪੈਸਿਟਰ ਦੇ ਵਿਚਕਾਰ ਜਿਹੜਾ ਆਪਾਂ ਮੀਡੀਅਮ ਰੱਖਦੇ ਹਾਂ ਉਹ ਕਿਹੜਾ ਇੰਸੂਲੇਟਿੰਗ ਮੀਡੀਅਮ ਹੈ। ਅਗਰ ਫੁੱਲੀ ਉਸਨੇ ਸਪੇਸ ਕਵਰ ਕੀਤੀ ਹੈ ਦੈਨ ਆਪਣੀ ਜਿਹੜੀ ਕੈਪੈਸਿਟੈਂਸ ਹੈ ਉਹ ਇਨਕਰੀਜ਼ ਕਰ ਰਹੀ ਹੈ। ਕੈਪੈਸਿਟੈਂਸ ਨੂੰ ਆਪਾਂ ਮਲਟੀਪਲਾਈ ਕਰਾਂਗੇ ਇੱਕ ਫੈਕਟਰ ਦੇ ਨਾਲ, ਜਿਹੜਾ ਡਿਪੈਂਡ ਕਿਸ 'ਤੇ ਕਰ ਰਿਹਾ? ਨੇਚਰ ਆਫ ਡਾਈਇਲੈਕਟ੍ਰਿਕ, ਜਿਹੜਾ ਉਹਨਾਂ ਦੇ ਵਿਚਕਾਰ ਡਾਈਇਲੈਕਟ੍ਰਿਕ ਹੈ ਉਸ ਦੇ ਨੇਚਰ 'ਤੇ ਡਿਪੈਂਡ ਕਰ ਰਿਹਾ, ਅਤੇ ਉਸ ਨੂੰ ਆਪਾਂ ਕਹਾਂਗੇ ਰੈਲੇਟਿਵ ਇਲੈਕਟ੍ਰੀਕਲ ਪਰਮੇਬਿਲਿਟੀ ਵਿਚ ਇਜ਼ ਡਿਨੋਟਡ ਬਾਈ ਐਪਸਾਈਲਨ ਆਰ, ਜਾਂ ਡਾਈਇਲੈਕਟ੍ਰਿਕ ਕੌਂਸਟੈਂਟ ਵਿਚ ਇਜ਼ ਰਿਪਰਜੈਂਟਡ ਬਾਈ ਕੈਪੀਟਲ K ਆਫ ਦ ਮਟੀਰੀਅਲ। ਤਾਂ ਐਪਸਾਈਲਨ ਆਰ ਔਰ K ਦੀ ਡੈਫੀਨੇਸ਼ਨ ਕੀ ਹੈ? ਕੈਪੈਸਿਟੈਂਸ ਆਫ ਅ ਕੈਪੈਸਿਟਰ with the dielectric in between the plates upon capacitance of the same capacitor with the vacuum in between the plates। ਤਾਂ ਐਪਸਾਈਲਨ ਆਰ ਔਰ K ਕਿਸ ਦੇ ਕੋਲ ਹੈ? CM upon C naught ਦੇ। CM ਦੀ ਵੈਲਿਊ ਆਪਣੇ ਕੋਲ ਕੀ ਆ ਜਾਏਗੀ? C naught into K ਜਾਂ K C naught। ਹੁਣ ਆਪਣੇ ਕੋਲ C ਹੈ ਜਿਹੜੀ ਉਹ ਕੀ ਹੈ? ਕੈਪੈਸਿਟੀ ਹੈ, ਠੀਕ ਹੈ, ਪੈਰਲਲ ਪਲੇਟ ਕੈਪੈਸਿਟਰ ਦੀ। ਉਹ ਆਪਾਂ ਕਿੰਨੀ ਕੈਲਕੂਲੇਟ ਕੀਤੀ ਸੀ? ਐਪਸਾਈਲਨ A upon D ਵਿੱਚ ਇਸ ਨੂੰ ਆਪਾਂ ਪੁੱਟ ਕਰ ਦਾਂਗੇ ਤਾਂ ਆਪਣੇ ਕੋਲ CM ਕਿਸ ਦੇ ਕੋਲ ਆ ਜਾਏਗਾ? ਐਪਸਾਈਲਨ ਆਰ ਇੰਟੂ ਐਪਸਾਈਲਨ ਨੋਟ ਨੂੰ ਆਪਾਂ ਐਪਸਾਈਲਨ ਲਿਖ ਸਕਦੇ ਹਾਂ, ਐਪਸਾਈਲਨ A upon D ਦੇ ਕੋਲ ਆ ਜਾਏਗਾ। ਨੈਕਸਟ ਹੈਗਾ ਗਰੁੱਪਿੰਗ ਆਫ ਕੈਪੈਸਿਟਰ ਔਰ ਕੰਡੈਂਸਰਸ। ਆਪਾਂ ਜਿਹੜੀ ਗਰੁੱਪਿੰਗ ਹੈਗੀ ਕੈਪੈਸਿਟਰਸ ਦੀ ਉਹ ਦੋ ਵੇਜ਼ ਨਾਲ ਕਰ ਸਕਦੇ ਹਾਂ। ਫਰਸਟ ਹੈਗੀ ਸੀਰੀਜ਼ ਅਤੇ ਸੈਕਿੰਡ ਹੈਗੀ ਹੈ ਪੈਰਲਲ। ਕੈਪੈਸਿਟਰ ਇਨ ਸੀਰੀਜ਼ ਜਦੋਂ ਆਪਾਂ ਸੀਰੀਜ਼ ਕਨੈਕਸ਼ਨ ਦੇ ਵਿੱਚ ਲਾਏ ਹੈ ਦੈਨ ਅਗਰ ਆਪਾਂ ਇਹ ਵਾਲੇ ਪੁਆਇੰਟ ਤੋਂ ਇਹ ਵਾਲੇ ਪੁਆਇੰਟ ਤੱਕ ਆਉਣਾ, ਠੀਕ ਹੈ, ਆਪਾਂ ਪ੍ਰੋਸੀਡ ਕਰਨਾ ਇਹ ਵਾਲੇ ਪੁਆਇੰਟ ਤੋਂ ਇੱਥੇ ਤੱਕ, ਤਾਂ ਆਪਣੇ ਕੋਲ ਜਿਹੜਾ ਪਾਥ ਉਹ ਕੀ ਹੈ? ਇੱਕ ਪਾਥ ਹੈ। ਇਹ ਸੀਰੀਜ਼ ਕੇਸ ਦੇ ਵਿੱਚ ਹੁਣ ਤਿੰਨ ਆਪਣੇ ਕੋਲ ਕੈਪੈਸਿਟਰ ਲੱਗੇ ਆ, ਉਸ ਨੂੰ ਆਪਾਂ ਇੱਕ ਬੈਟਰੀ ਨਾਲ ਜੁਆਇਨ ਕੀਤਾ। ਜੁਆਇਨ ਕਰਨ ਤੋਂ ਬਾਅਦ ਸਪੋਜ਼ ਆਪਾਂ ਜਿਹੜਾ ਪੋਜ਼ੀਟਿਵ ਕਿਊ ਚਾਰਜ ਹੈ ਇਹ ਵਾਲਾ ਜਿਹੜਾ ਫਸਟ C1 ਹੈ ਉਸ ਦੀ ਇਹ ਵਾਲੀ ਪਲੇਟ ਨੂੰ ਦਿੱਤਾ ਤਾਂ ਇਹ ਵਾਲੀ ਸਾਈਡ 'ਤੇ ਆਪਣੇ ਕੋਲ ਨੈਗੇਟਿਵ ਆ ਜਾਏਗਾ।
ਇਸ ਦੇ ਵਿੱਚੋਂ ਵੀ क्यू चार्ज फ्लो करेगा, आ वाले कंडेंसर ਵਿੱਚੋਂ भी क्यू चार्ज फ्लो करेगा ਤੇ ए वाले कंडेंसर ਵਿੱਚੋਂ भी ਆਪਣੇ ਕੋਲੇ क्यू चार्ज फ्लो करेगा। ਹੁਣ पोटेंशियल है ਜਿਹੜਾ ए वाला पॉइंट ਤੇ ए वाला पॉइंट, ਇਹਨਾਂ ਦਾ पोटेंशियल ਆਪਣੇ ਕੋਲੇ V1 है करस्पोंडिंग टू C1, ए वाला पोटेंशियल ਆਪਣੇ कोले V2 है करस्पोंडिंग टू C2, ए वाला पोटेंशियल V3 है करस्पोंडिंग टू C3। ਤਿੰਨੋਂ ਕੰਡੈਂਸਰ ਹੈਗੇ ਆ ਜਿਹੜੇ ਤਿੰਨੋਂ ਕੈਪੈਸਿਟਰ ਲੱਗੇ ਆ ਸੀਰੀਜ਼ ਦੇ ਵਿੱਚ, ਉਹਨਾਂ ਦਾ पोटेंशियल V1 V2 ਤੇ V3 ਹੈ। ਤਾਂ V1 ਦੀ ਵੈਲਿਊ ਕੀ ਆ ਜਾਏਗੀ ਆਪਣੇ ਕੋਲੇ Q/C1, V2 ਦੀ ਆ ਜਾਏਗੀ Q/C2 ਤੇ V3 ਦੀ ਆ ਜਾਏਗੀ Q/C3। अगर CS ਨੂੰ ਆਪਾਂ डिनोट कर रहे हैं टोटल कैपेसिटेंस ऑफ द कंबीनेशन, ਜਦੋਂ ਆਪਣੇ ਕੋਲੇ ਤਿੰਨ ਜਿਹੜੇ ਕੈਪੈਸਿਟਰ ਹੈ ਸੀਰੀਜ਼ ਕਨੈਕਸ਼ਨ ਦੇ ਵਿੱਚ ਲੱਗੇ ਹੈ ਤਾਂ ਉਹਨਾਂ ਦਾ ਟੋਟਲ ਕੈਪੈਸਿਟੈਂਸ ਨੂੰ ਆਪਾਂ ਰਿਪਰੈਜ਼ੈਂਟ ਕੀਤਾ CS ਦੇ ਨਾਲ, ਤਾਂ ਪੋਟੈਂਸ਼ੀਅਲ ਕਿੰਨਾ ਆ ਜਾਏਗਾ V = Q/S। ਤਾਂ ਟੋਟਲ ਫਾਈਂਡ ਆਊਟ ਕਰਨ ਲਈ ਆਪਾਂ ਤਿੰਨੇ ਜਿਹੜੇ ਪੋਟੈਂਸ਼ੀਅਲ ਹੈ ਉਹਨਾਂ ਨੂੰ ਸਮ ਅਪ ਕਰ ਦਾਂਗੇ, ਤਾਂ V = V1 + V2 + V3, V ਦੀ ਵੈਲਿਊ ਪੁੱਟ ਕੀਤੀ Q/CS is equals to Q/C1 plus Q/C2 plus Q/C3। Q ਨੂੰ ਜਦੋਂ ਆਪਾਂ ਕਾਮਨ ਕਰਾਂਗੇ ਤਾਂ ਕੀ ਬਣ ਜਾਏਗਾ Q into 1/C1 plus 1/C2 plus 1/C3। ਇਹ ਵਾਲੀ Q ਦੇ ਨਾਲ ਇਹ ਵਾਲੀ Q ਕੈਂਸਲ, ਤਾਂ 1/CS ਕਿਸ ਦੇ ਇਕੁਅਲ ਹੈ 1/C1 plus 1/C2 plus 1/C3। ਇਹ ਤਾਂ ਆਪਾਂ ਕੀਤਾ ਸੀ ਤਿੰਨ ਕੈਪੈਸਿਟਰ ਦੇ ਲਈ। ਅਗਰ ਆਪਾਂ n ਨੰਬਰ ਆਫ ਕੈਪੈਸਿਟਰ ਨੂੰ ਸੀਰੀਜ਼ ਦੇ ਵਿੱਚ ਕਨੈਕਟ ਕੀਤਾ ਦੈਨ अपनी टोटल कैपेसिटेंस की वैल्यू कितनी आ जाएगी 1/CS, उसनूं आपां समीशन फॉर्म दे विच चेंज करांगे 1/CI। आई अपना 1 तो n तक वेरी कर सकते हैं, किन्ने भी जिहड़ी कैपेसिटर आपां उसनूं सीरीज़ कंबीनेशन दे विच लगा सकते हैं। नैक्सट है पैरेलल कंबीनेशन। हुण पैरेलल कंबीनेशन दे विच की है ए वाला कैपेसिटर C1 C2 C3 पैरेलल लगाते आपां। पैरेलल लगाउण हुण ए वाले पॉइंट नूं प्रसीड करके आपां ए वाले पॉइंट तक पहुँचने, दैन अपनी डिफरेंट जोड़े वेज हो सकते हैं, तीन पाथ आप फॉलो करके ए वाले पॉइंट तक पहुँच सकते हैं। अगर आप ए पूरा Q चार्ज दिता है तो C1 दे विचों Q1 अपना जोड़ा चार्ज है फ्लो करेगा, C2 दे विचों Q2 चार्ज फ्लो करेगा, C3 दे विचों Q3 चार्ज फ्लो करेगा। तो Q1 की वैल्यू कितनी आ जाएगी C1 × V, Q2 की आ जाएगी C2 × V, Q3 की C3 × V। तब टोटल चार्ज तो Q किस दे इक्वल है अपने को टोटल चार्ज Q1 + Q2 + Q3, तो इन्होंने आप सम अप कर देंगे। सम अप किया हुण अगर आप टोटल चार्ज की गल करिए जो पैरेलल कंबीनेशन च लगे तो उसकी वैल्यू कितनी आ जाएगी CP × V। तो सारी ए वाली इक्वेशन के वैल्यूज पुट कर देंगे तो अपने को की आ जाएगा CPV = C1V + C2V + C3V। V कॉमन करांगे तो CP किस दे इक्वल आ जाएगा C1 + C2 + C। ये तीन कैपेसिटर दे लिए कीता आपां। अगर n कैपेसिटर लगे तो की आ जाएगा CP = समीशन ऑफ CI वेयर I = 1 to n। AC सीरीज़ एंड पैरेलल कंबीनेशन ऑफ कैपेसिटर्स। नैक्सट है एनर्जी स्टोर्ड इन अ कैपेसिटर। कैपेसिटर दे विच कितनी जिहड़ी एनर्जी अपने को स्टोर हो सकती है, इंपॉर्टेंट टॉपिक है बच्चे वाला। हुण कैपेसिटर दे विच आपां नूं पता है दो कंडक्टर्स है दी आपां प्लेट्स लैके चलने हैं, दो प्लेट्स लैके चल रहे हैं। इन्हां दे विचकार दा जिहड़ा डिस्टेंस है वो आपां की रखते हैं D जां कोई भी इंसुलेटिंग मीडियम रखते हैं। अगर आपां फर्स्ट जिहड़ी प्लेट है उसदे उपर पॉजिटिव चार्ज है, सैकेंड प्लेट दे उपर अपने कोल की है -Q चार्ज है। टोटल एनर्जी आपां कैलकुलेट करनी है इन्हां दे विच कितनी स्टोर हो सकती है। लैट पॉजिटिव चार्ज भी ट्रांसफर्ड फ्रॉम कंडक्टर 2 to 1 इन वेरी स्मॉल इंस्टेमेंट ऑफ। अपने की है कंडक्टर जिहड़ा 2 है उस तो 1 दे विच पॉजिटिव चार्ज की है ट्रांसफर हो रहा है, इत्थों अपने को पॉजिटिव चार्ज इस दे विच ट्रांसफर हो रहा है। तो वो ट्रांसफर कितना हो रहा है वेरी स्मॉल इंस्टॉलमेंट। सपोज अपने को DQ है तो चार्ज है जिहड़ा अपने को ईच टिल कंडक्टर 1 गैट्स चार्ज +Q। तो अपने को हर एक इंस्टॉलमेंट के विच चार्ज कितना आ रहा है +Q। बाई चार्ज कंजरवेशन के नाल कंडक्टर जिहड़ा 2 है वो एक्वायर कितना कर रहे हैं -Q। अगर +Q इधर आ रहा है दैन ए वाला एक्वायर कितना करेगा -Q चार्ज बाय द चार्ज कंजरवेशन। हुण एवरी स्टेज ऑफ चार्जिंग कंडक्टर 1 इज़ एट अ हायर पोटेंशियल। ए जिहड़ा कंडक्टर है उसका पोटेंशियल हायर है, ए वाले का पोटेंशियल अपने को की है लोअर।
ਹੁਣ ਆਪਾਂ ਸਮਾਲ ਅਮਾਊਂਟ ਆਫ ਵਰਕ ਡਨ ਕਰਾਂਗੇ ਐਨ ਐਡੀਸ਼ਨਲ ਚਾਰਜ DQ ਟੂ ਕੰਡਕਟਰ 1 ਇਹ ਵਾਲਾ ਚਾਰਜ ਹੈਗਾ ਜਿਹੜਾ 1 ਯੂਨਿਟ ਚਾਰਜ ਸਪੋਜ਼ DQ ਚਾਰਜ ਆਪਾਂ ਸੈਕਿੰਡ ਤੋਂ ਫਸਟ ਤੱਕ ਲੈ ਕੇ ਆਏ ਉੱਥੇ ਵਰਕ ਡਨ ਹੋ ਰਹੀ ਹੈ, ਉਸ ਦੀ ਵੈਲਿਊ ਵੀ ਸਮੋਲ ਹੈ ਤਾਂ DW ਕਿਸ ਇਕੁਅਲ ਹੈ Q/C ਇੰਟੂ ਡੀ ਕਿਹਦੇ। ਅਗਰ ਆਪਾਂ ਟੋਟਲ ਫਾਈਂਡ ਕਰਾਂਗੇ ਤਾਂ ਇਸ ਦੀ ਇੰਟੀਗ੍ਰੇਸ਼ਨ ਕਰਾਂਗੇ ਤਾਂ W ਇਜ਼ ਇਕਸ ਟੂ ਇੰਟੀਗ੍ਰੇਸ਼ਨ ਆਫ Q ਟੂ 0 ਟੂ Q/C ਇੰਟੂ DQ 1/C ਇੰਟੀਗ੍ਰੇਸ਼ਨ ਤੋਂ ਬਾਹਰ ਆ ਜਾਏਗਾ QDQ ਦੀ ਇੰਟੀਗ੍ਰੇਸ਼ਨ Q² 2 ਬਣ ਜਾਏਗੀ। ਫਿਰ ਆਪਾਂ ਲਿਮਿਟਸ ਪੁੱਟ ਕਰਾਂਗੇ 1/C ਕੈਪੀਟਲ Q² 2 ਬਣ ਗਿਆ। ਇਹ ਜਿਹੜਾ ਵਰਕ ਆ ਉਹ ਇਨ ਦਾ ਫਾਰਮ ਆਫ ਪੋਟੈਂਸ਼ੀਅਲ ਐਨਰਜੀ ਸਟੋਰ ਹੋ ਜਾਏਗਾ ਕੰਡੈਂਸਰ ਦੇ ਵਿੱਚ। ਤਾਂ U ਨੂੰ ਆਪਾਂ W ਨੂੰ ਆਪਾਂ ਕੀ ਲਿਖ ਸਕਦੇ ਹਾਂ ਪੋਟੈਂਸ਼ੀਅਲ ਐਨਰਜੀ U ਇਜ਼ ਇਕਸ ਟੂ W ਇਜ਼ ਇਕਸ ਟੂ 1/2 Q ਕੈਪੀਟਲ Q²/T। ਹੁਣ ਆਪਣੇ ਕੋਲ Q ਤੁਹਾਨੂੰ ਪਤਾ ਹੈ Q ਇਜ਼ ਇਕਸ ਟੂ CV ਹੈ ਤਾਂ ਇੱਥੇ ਆਪਾਂ ਵੈਲਿਊ ਪੁੱਟ ਕਰ ਦਾਂਗੇ। CV ਦੀ ਵੈਲਿਊ ਪੁੱਟ ਕੀਤੀ ਤਾਂ U ਦੀ ਵੈਲਿਊ ਆ ਗਈ ਆਪਣੇ ਕੋਲ 1/2 CV²। ਨੈਕਸਟ CV ਨੂੰ ਆਪਾਂ ਅਗੇਨ Q ਪੁੱਟ ਕਰਨਾ ਹੈ ਤਾਂ U ਦੀ ਵੈਲਿਊ ਕੀ ਆ ਜਾਏਗੀ 1/2 Q ਇੰਟੂ V। ਇਸ ਇਕੁਏਸ਼ਨ ਦੇ ਵਿੱਚ ਪੁੱਟ ਕੀਤਾ 1/2 Q ਇੰਟੂ V ਬਣ ਜਾਏਗਾ। ਤਾਂ ਆਪਣੇ ਕੋਲ ਇੰਟਰਨਲ ਐਨਰਜੀ ਤਿੰਨ ਫਾਰਮ 'ਚ ਆ ਗਈ, K ਵਾਲੀ ਫਾਰਮ ਬਣ ਗਈ, K ਵਾਲੀ ਤਾਂ ਇੰਟਰਨਲ ਐਨਰਜੀ ਆ ਗਈ ਆਪਣੇ ਕੋਲ ਜਿੰਨੀ ਐਨਰਜੀ ਕੈਪੈਸਿਟਰ ਦੇ ਵਿੱਚ ਸਟੋਰ ਹੋ ਸਕਦੀ ਹੈ। ਅਗਰ ਆਪਾਂ Q ਤੇ B ਦੇ ਵਿੱਚ ਗ੍ਰਾਫ ਪਲਾਟ ਕਰੀਏ ਤਾਂ ਆਪਣਾ ਐਵੇਂ ਦਾ ਗ੍ਰਾਫ ਆ ਰਿਹਾ, ਠੀਕ ਹੈ। ਅਗਰ ਆਪਾਂ ਇਹ ਵਾਲੀ ਟ੍ਰਾਇੰਗਲ ਨੂੰ ਮੰਨ ਕੇ ਚੱਲੀਏ ਤਾਂ ਇਸ ਦਾ ਐਨਰਜੀ ਸਟੋਰ ਆਪਾਂ ਕੈਲਕੂਲੇਟ ਕਰਾਂਗੇ ਉਹ ਕਿਸ ਦੇ ਇਕੁਅਲ ਹੈ ਜਿੰਨਾ ਆਪਣੇ ਕੋਲ ਏਰੀਆ ਅੰਡਰ ਆ ਰਿਹਾ VQ ਗ੍ਰਾਫ ਦੇ ਨਾਲ। ਅਗਰ ਆਪਾਂ ਇਹ ਵਾਲਾ ਏਰੀਆ ਕੈਲਕੂਲੇਟ ਕਰੀਏ ਕਿੰਨਾ ਬਣ ਜਾਏਗਾ, ਇੱਕ ਟ੍ਰਾਇੰਗਲ ਬਣ ਗਈ ਤਾਂ ਬਣ ਜਾਏਗਾ 1/2 ਇੰਟੂ ਬੇਸ ਇੰਟੂ ਹਾਈਟ। ਬੇਸ ਕੀ ਹੈ OB ਦੈਟ ਮੀਨਸ Q, ਹਾਈਟ ਹੈਗੀ ਹੈ AB ਦੈਟ ਮੀਨਸ ਇਸ ਦੀ ਵੈਲਿਊ ਹੈਗੀ ਹੈ V। ਤਾਂ ਇਹ ਕਿਸ ਦੇ ਕੋਲ ਆ ਜਾਏਗਾ 1/2 ਇੰਟੂ Q/C ਦੇ ਤਾਂ Q²/TC। ਇਹ ਆਪਣੇ ਕੋਲ ਕੀ ਹੈ ਐਨਰਜੀ ਸਟੋਰਡ ਇਨ ਅ ਕੈਪੈਸਿਟਰ। ਅਗਰ ਆਪਾਂ ਇਹ ਦੋ ਕੰਬੀਨੇਸ਼ਨ ਕੀਤੇ ਸੀ ਸੀਰੀਜ਼ ਵਾਲਾ ਤੇ ਪੈਰਲਲ ਵਾਲਾ, ਸੀਰੀਜ਼ ਦੇ ਵਿੱਚ ਆਪਣੇ ਕੋਲ ਰਿਜ਼ਲਟ ਕੀ ਆਇਆ ਸੀਗਾ, ਸੀਰੀਜ਼ ਦੇ ਵਿੱਚ ਆਪਣੇ ਕੋਲ ਰਿਜ਼ਲਟ ਆਇਆ ਸੀ 1/CS ਇਜ਼ ਇਕਵਲ ਟੂ 1/C1 ਪਲੱਸ 1/C2 ਪਲੱਸ 1/C3। ਇਹ ਵਾਲਾ ਰਿਜ਼ਲਟ ਆਇਆ ਸੀ। ਹੁਣ ਇੰਟਰਨਲ ਐਨਰਜੀ ਦੀ ਵੈਲਿਊ ਕਿੰਨੀ ਹੈ, ਜਿੰਨਾ ਟੋਟਲ ਐਨਰਜੀ ਸਟੋਰ ਹੋਈ ਹੈ 1/2 Q²/C। ਟੋਟਲ ਦੇ ਲਈ ਆਪਾਂ CS ਪੁੱਟ ਕਰਾਂਗੇ। ਸਿਮਿਲਰਲੀ ਆਪਾਂ ਫਸਟ ਕੈਪੈਸਿਟਰ ਦੇ ਲਈ ਇਹ ਵਾਲੀ ਵੈਲਿਊ ਯੂਜ਼ ਕਰਾਂਗੇ, ਸੈਕਿੰਡ ਦੇ ਲਈ ਇਹ, ਥਰਡ ਵਾਲੀ ਇਹ। ਅਗਰ ਆਪਾਂ ਟੋਟਲ ਨੂੰ ਕਰ ਦਈਏ ਇਹਨਾਂ ਦਾ ਤਾਂ ਆਪਣੇ ਕੋਲ U ਕਿਸ ਦੇ ਇਕੁਅਲ ਆ ਗਿਆ U1 ਪਲੱਸ U2 ਦੈਟ ਮੀਨਸ ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਕੀ ਹੈ ਟੋਟਲ ਐਨਰਜੀ ਕਿਸ ਦੇ ਇਕੁਅਲ ਹੈ, ਜਿਹੜੇ ਆਪਣੇ ਕੋਲ ਕੈਪੈਸਿਟਰ ਹੈਗੇ ਆ ਉਹਨਾਂ ਦੀ ਇੰਡੀਵਿਜੂਅਲ ਐਨਰਜੀ ਦੇ ਇਕੁਅਲ ਹੈ। ਪੈਰਲਲ ਕੰਬੀਨੇਸ਼ਨ ਦੇ ਵਿੱਚ ਹੁਣ U ਕੀ ਹੈ 1/2 ਇੰਟੂ CP ਇੰਟੂ V²। ਆਹ ਵਾਲਾ ਫਾਰਮ ਯੂਜ਼ ਕਰਨੇ ਆਪਾਂ ਤਾਂ 1/2 C1 ਪਲੱਸ C2 ਪਲੱਸ C3 V² ਆਪਾਂ ਕਾਮਨ ਲਵਾਂਗੇ ਤਾਂ ਇੱਥੇ ਵੀ ਜਿਹੜਾ U ਆ ਕਿਸ ਦੇ ਇਕੁਅਲ ਆ ਗਿਆ U1 ਪਲੱਸ U2 ਪਲੱਸ U3 ਦੇ। ਐਨਰਜੀ ਡੈਂਸਿਟੀ ਆਫ ਅ ਪੈਰਲਲ ਪਲੇਟ ਕੈਪੈਸਿਟਰ। ਐਨਰਜੀ ਡੈਂਸਿਟੀ ਨੂੰ ਆਪਾਂ ਡਿਨੋਟ ਕਰਾਂਗੇ U ਦੇ ਨਾਲ ਵਿਚ ਇਜ਼ ਡਿਫਾਈਨਡ ਐਜ਼ ਟੋਟਲ ਐਨਰਜੀ ਸਟੋਰਡ ਪਰ ਯੂਨਿਟ ਵੋਲੀਅਮ ਦਾ ਕੰਡੈਂਸਰ। ਕਿੰਨੀ ਕੰਡੈਂਸਰ ਦੇ ਵਿੱਚ ਟੋਟਲ ਐਨਰਜੀ ਸਟੋਰ ਹੋ ਰਹੀ ਹੈ ਪਰ ਯੂਨਿਟ ਵੋਲੀਅਮ ਦੇ ਨਾਲ। ਟੋਟਲ ਐਨਰਜੀ ਸਟੋਰਡ U ਅਪੋਨ ਵੋਲੀਅਮ। ਟੋਟਲ ਐਨਰਜੀ ਕਿੰਨੀ ਹੈ 1/C V² ਅਪੋਨ ਵੋਲੀਅਮ ਹੈਗੇ A ਇੰਟੂ D ਏਰੀਆ ਇੰਟੂ ਜਿੰਨਾ ਉਹਨਾਂ ਦੇ ਵਿਚਕਾਰ ਡਿਸਟੈਂਸ ਹੈਗੇ ਦੋ ਕੈਪੈਸਿਟਰ ਪਲੇਟਸ ਦੇ ਵਿਚਕਾਰ। ਤਾਂ C ਆਪਣੇ ਕੋਲ ਕਿੰਨੀ ਹੈ ਕੈਪੈਸਿਟੈਂਸ ਐਪਸਾਈਲਨ ਨੋਟ A ਅਪੋਨ D। V ਕਿਸ ਦੇ ਇਕੁਅਲ ਹੈਗਾ ਆਪਣਾ AD ਦੇ। ਇਹ ਵਾਲੀਆਂ ਜਿਹੜੀਆਂ ਵੈਲਿਊਜ਼ ਆਪਾਂ ਇੱਥੇ ਸਬਸਟੀਟਿਊਟ ਕਰਾਂਗੇ ਇਸ ਵਾਲੀ ਇਕੁਏਸ਼ਨ 'ਚ ਦੈਨ ਇਹ ਇਕੁਏਸ਼ਨ ਬਣ ਜਾਏਗੀ। ਤਾਂ U ਕਿਸ ਦੇ ਇਕੁਅਲ ਆ ਜਾਏਗਾ 1/2 ਐਪਸਾਈਲਨ ਨੋਟ E² ਦੇ। E ਆਪਣੇ ਕੋਲ ਹੈਗੀ ਇਲੈਕਟ੍ਰਿਕ ਫੀਲਡ। SI ਯੂਨਿਟ ਹੈਗੇ ਐਨਰਜੀ ਡੈਂਸਿਟੀ ਦੇ ਕੀ ਹੈ ਜਾਊਲ ਮੀਟਰ ਪਰ ਮੀਟਰ ਕਿਊਬ। ਡਿਮੈਂਸ਼ਨ ਫਾਰਮੂਲਾ ਕਿਵੇਂ ਕੈਲਕੂਲੇਟ ਕਰਾਂਗੇ ਐਨਰਜੀ ਅਪਨ ਵੋਲੀਅਮ ਦੈਟ ਇਜ਼ ML-1 T⁻⁻²।